Hello students, I am your teacher Dr. Satvinder Kaur, and in today's lecture I am going to teach you about a very important question of economics, that is law of demand. ਆਪਾਂ ਇਸ ਨੂੰ ਡਿਟੇਲ ਦੇ ਵਿੱਚ ਸਮਝਾਂਗੇ। ਇਸ ਨੂੰ ਪੰਜਾਬੀ ਵਿੱਚ ਬੋਲਦੇ ਨੇ ਮੰਗ ਦਾ ਨਿਯਮ। ਸੋ ਲਾ ਆਫ ਡਿਮਾਂਡ ਕੀ ਚੀਜ਼ ਹੈ? ਪਿਛਲੇ ਲੈਕਚਰ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਵਾਟ ਇਜ਼ ਦ ਡਿਫਰੈਂਸ ਬਿਟਵੀਨ ਡਿਜ਼ਾਇਰ, ਵਾਂਟ ਐਂਡ ਡਿਮਾਂਡ। ਦੈਨ ਆਪਾਂ ਡਿਸਕਸ ਕੀਤਾ ਕਿ ਦੇਰ ਆਰ ਡਿਫਰੈਂਟ ਟਾਈਪਸ ਆਫ ਡਿਮਾਂਡ, ਪ੍ਰਾਈਸ ਡਿਮਾਂਡ, ਇਨਕਮ ਡਿਮਾਂਡ ਐਂਡ ਕਾਸਟ ਡਿਮਾਂਡ। ਇਸ ਨੂੰ ਸਮਝਣ ਦੇ ਲਈ ਤੁਸੀਂ ਪਿਛਲੇ ਵੀਡੀਓ ਨੂੰ ਦੇਖ ਸਕਦੇ ਹੋ। ਹੁਣ ਆਪਾਂ ਕਰ ਰਹੇ ਹਾਂ ਲਾ ਆਫ ਡਿਮਾਂਡ। ਲਾ ਆਫ ਡਿਮਾਂਡ ਜਿਹੜਾ ਹੈ ਉਹ ਸਾਨੂੰ ਦੱਸਦਾ ਹੈ ਸਿੰਪਲ ਸ਼ਬਦਾਂ ਦੇ ਵਿੱਚ ਕਿ ਕਿਸੇ ਵੀ ਕਮੋਡਿਟੀ ਤੇ ਉਸਦੀ ਪ੍ਰਾਈਸ ਦੇ ਵਿੱਚ ਨੈਗੇਟਿਵ ਰਿਲੇਸ਼ਨਸ਼ਿਪ ਪਾਇਆ ਜਾਂਦਾ ਹੈ। ਇਸ ਨੂੰ ਬੋਲਦੇ ਨੇ ਇਨਵਰਸ ਰਿਲੇਸ਼ਨਸ਼ਿਪ। ਇਨਵਰਸ ਰਿਲੇਸ਼ਨਸ਼ਿਪ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕੀ ਹੁੰਦਾ ਹੈ ਕਿ ਜਦੋਂ ਪ੍ਰਾਈਸ ਵੱਧਦਾ ਹੈ ਡਿਮਾਂਡ ਘਟਦੀ ਹੈ, ਪ੍ਰਾਈਸ ਘਟਦਾ ਡਿਮਾਂਡ ਵੱਧਦੀ ਹੈ। ਅਦਰ ਥਿੰਗਸ ਆਰ ਸੇਮ। ਸੋ ਇਸ ਨੂੰ ਬੋਲਦੇ ਨੇ ਇਨਵਰਸ ਰਿਲੇਸ਼ਨਸ਼ਿਪ ਕਿ ਕਿਸੇ ਵੀ ਕਮੋਡਿਟੀ ਦੀ ਪ੍ਰਾਈਸ ਵਧੇਗੀ ਤਾਂ ਉਸਦੀ ਡਿਮਾਂਡ ਘਟਦੀ ਹੈ, ਕਿਸੇ ਵੀ ਕਮੋਡਿਟੀ ਦੀ ਪ੍ਰਾਈਸ ਘਟੇਗੀ ਉਸਦੀ ਡਿਮਾਂਡ ਵਧੇਗੀ, ਬਾਕੀ ਗੱਲਾਂ ਸਮਾਨ ਰਹਿਣ ਤੇ। ਇਹ ਬਾਕੀ ਗੱਲਾਂ ਸਮਾਨ ਰਹਿੰਦੀਆਂ ਨੇ, ਕਿਹੜੀਆਂ ਗੱਲਾਂ ਨੇ ਇਹਨਾਂ ਨੂੰ ਆਪਾਂ ਡਿਸਕਸ ਕਰਾਂਗੇ। ਸੋ ਦ ਲਾ ਆਫ ਡਿਮਾਂਡ ਸਟੇਟਸ that there is a negative relationship between price of a commodity and its demand, other things are same, or in other words there is an inverse relationship between the price of the commodity and its demand, other things are same, or in other words we can say that when there is an increase in the price of commodity its demand fall, and with the decrease in the price of commodity its demand will increase, and vice versa ਦਾ ਮਤਲਬ ਹੁੰਦਾ ਹੈ, ਸੌਰੀ ਇੱਕ ਵਾਰੀ ਜੇ ਲਿਖਣਾ ਤਾਂ vice versa ਦਾ ਮਤਲਬ ਹੁੰਦਾ ਹੈ ਕਿ ਪ੍ਰਾਈਸ ਵੱਧ ਗਈ ਡਿਮਾਂਡ ਘਟ ਗਈ, ਐਂਡ ਵਾਈਸ ਵਰਸਾ ਦਾ ਮਤਲਬ ਇੱਥੇ ਹੈ ਕਿ ਜੇਕਰ ਪ੍ਰਾਈਸ ਘਟੇਗਾ ਤਾਂ ਆਟੋਮੈਟਿਕਲੀ ਅਸੀਂ ਬਾਰ-ਬਾਰ ਲਿਖਣ ਦੀ ਲੋੜ ਨਹੀਂ, ਆਪਾਂ ਆਟੋਮੈਟਿਕਲੀ ਵਾਈਸ ਵਰਸਾ ਲਿਖ ਕੇ ਬੋਲ ਦਿੱਤਾ ਕਿ ਜੇ ਇਹ ਇਸ ਸਿਚੁਏਸ਼ਨ ਓਪੋਜ਼ਿਟ ਹੋਏਗੀ, ਪ੍ਰਾਈਸ ਵਧਣ ਦੀ ਜਗ੍ਹਾ ਘਟੇਗੀ ਤਾਂ ਆਟੋਮੈਟਿਕਲੀ ਡਿਮਾਂਡ ਘਟਣ ਦੀ ਜਗ੍ਹਾ ਵਧੇਗੀ। ਸੋ ਅਦਰ ਥਿੰਗਸ ਆਰ ਸੇਮ ਦਾ ਮਤਲਬ ਕੀ ਹੈ? ਅਦਰ ਥਿੰਗਸ ਆਰ ਸੇਮ ਦਾ ਮਤਲਬ ਹੈ ਕਿਸੇ ਵੀ ਪ੍ਰੋਡਕਟ ਦੀ ਡਿਮਾਂਡ ਨੂੰ ਸਿਰਫ ਉਸਦੇ ਪ੍ਰਾਈਸ ਦਾ ਇੰਪੈਕਟ ਨਹੀਂ ਪੈਂਦਾ, ਉਸਦੇ ਉੱਤੇ ਬਹੁਤ ਸਾਰੇ ਹੋਰ ਵੇਰੀਏਬਲਸ ਨੇ ਜਿਨ੍ਹਾਂ ਦਾ ਇੰਪੈਕਟ ਪੈਂਦਾ ਹੈ, ਜਿਵੇਂ ਕਿ ਇਨਕਮ ਕੰਜ਼ਿਊਮਰ ਦੀ, ਜਿਵੇਂ ਆਪਾਂ ਇਨਕਮ ਰਿਲੇਸ਼ਨਸ਼ਿਪ ਕੀਤਾ ਸੀ, ਸਬਸਟੀਟਿਊਟ ਗੁੱਡਸ ਦੀ ਪ੍ਰਾਈਸ ਕੀ ਹੈ, ਕੰਪਲੀਮੈਂਟਰੀ ਗੁੱਡਸ ਦੀ ਪ੍ਰਾਈਸ ਕੀ ਹੈ, ਇਹ ਇਸ ਤੋਂ ਇਲਾਵਾ ਪੋਪੂਲੇਸ਼ਨ ਦੇਸ਼ ਦੀ ਕਿੱਥੇ ਜਾ ਰਹੀ ਹੈ, ਕਿਵੇਂ ਹੈ, ਡਿਸਟਰੀਬਿਊਸ਼ਨ ਆਫ ਇਨਕਮ ਕਿਵੇਂ ਹੈ, ਡਿਸਟਰੀਬਿਊਸ਼ਨ ਆਫ ਇਨਕਮ ਨੂੰ ਇਕਨੋਮਿਕਸ ਦੇ ਵਿੱਚ ਵਾਈ ਸਿੰਬਲ ਦੇ ਨਾਲ ਡਿਨੋਟ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਕੰਜ਼ਿਊਮਰ ਦਾ ਟੇਸਟ ਕੀ ਹੈ, ਕੰਜ਼ਿਊਮਰ ਦੀ ਪ੍ਰੈਫਰੈਂਸ ਕੀ ਹੈ, ਐਕਸਪੈਕਟੇਸ਼ਨਸ ਕੀ ਨੇ, ਇਹ ਸਾਰੇ ਟੌਪਿਕਸ ਆਪਾਂ ਅਗਲੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ ਕਿ ਇਹ ਸਾਰੇ ਕੀ ਚੀਜ਼ਾਂ ਨੇ, ਕਿਵੇਂ ਕਿਸੇ ਵੀ ਪ੍ਰੋਡਕਟ ਦੀ ਡਿਮਾਂਡ ਨੂੰ ਇੰਪੈਕਟ ਪਾ ਸਕਦੇ ਨੇ। ਸੋ ਇੱਥੇ ਫਿਲਹਾਲ ਮੈਂ ਇਹ ਚੀਜ਼ ਦੱਸ ਰਹੀ ਹਾਂ ਕਿ ਜਦੋਂ ਆਪਾਂ ਕਿਸੇ ਰਿਲੇਸ਼ਨਸ਼ਿਪ ਨੂੰ ਕਰਦੇ ਹਾਂ, ਲਾਅ ਨੂੰ ਕਰਦੇ ਹਾਂ, ਤਾਂ ਉਹ ਲਾਅ ਕੁਝ ਸਰਟੇਨ ਕੰਡੀਸ਼ਨਸ ਦੇ ਉੱਤੇ ਅਪਲਾਈ ਕੀਤਾ ਜਾਂਦਾ ਹੈ ਕਿ ਅਸੀਂ ਕੁਝ ਕੰਡੀਸ਼ਨਾਂ ਲਾ ਦਿੱਤੀਆਂ। ਇਹ ਕੰਡੀਸ਼ਨਾਂ ਇਹ ਨੇ, ਇਸ ਦੀ ਸਭ ਤੋਂ ਪਹਿਲੀ ਕੰਡੀਸ਼ਨ ਹੈ ਕਿ ਜੇ ਅਸੀਂ ਦੋ ਵੇਰੀਏਬਲਸ ਪ੍ਰਾਈਸ ਤੇ ਡਿਮਾਂਡ ਦਾ ਰਿਲੇਸ਼ਨਸ਼ਿਪ ਚੈੱਕ ਕਰਨਾ ਤਾਂ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਬਾਕੀ ਹੋਰ ਸਾਰੇ ਵੇਰੀਏਬਲ ਜਿਹੜੇ ਨੇ ਫਿਲਹਾਲ ਦੇ ਟਾਈਮ ਦੇ ਲਈ ਕੌਨਸਟੈਂਟ ਨੇ, ਇਹਨਾਂ 'ਚ ਕੋਈ ਵੀ ਚੇਂਜ ਨਹੀਂ ਆ ਰਿਹਾ। ਇਹ ਚੀਜ਼ ਇਸ ਲਈ ਮੰਨੀ ਗਈ ਹੈ ਤਾਂ ਕਿ ਅਸੀਂ ਇਸ ਚੀਜ਼ ਦੇ ਰਿਲੇਸ਼ਨਸ਼ਿਪ ਨੂੰ ਸਮਝ ਸਕੀਏ, ਕਿਉਂਕਿ ਜੇਕਰ ਇਨ ਕੇਸ ਇਹਨਾਂ ਵਿੱਚੋਂ ਕੋਈ ਵੀ ਵੇਰੀਏਬਲ ਚੇਂਜ ਹੋ ਜਾਂਦਾ ਹੈ, ਜੇ ਅਸੀਂ ਇਹ ਅਜ਼ੰਪਸ਼ਨ ਨਹੀਂ ਲੈਂਦੇ ਇਹਨਾਂ 'ਚ ਕੋਈ ਵੀ ਵੇਰੀਏਬਲ ਚੇਂਜ ਹੋ ਜਾਂਦਾ ਤਾਂ ਹੋ ਸਕਦਾ ਹੈ ਇਹਦਾ ਮਤਲਬ ਇਹ ਹੈ ਕਿ ਲਾ ਆਫ ਡਿਮਾਂਡ ਅਪਲਾਈ ਨਾ ਹੋਵੇ। ਇਹਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਜਿਵੇਂ ਆਪਾਂ ਐਗਜ਼ਾਮਪਲ ਲੈ ਲਿੱਤੀ ਕਿ ਮੰਨ ਲਓ ਕਿ ਤੁਸੀਂ ਕੋਈ ਫਿਲਮ ਦੇਖਣੀ ਹੈ, ਕੋਈ ਪ੍ਰੋਜੈਕਟਰ ਲਾਉਣਾ, ਤੁਸੀਂ ਇਹ ਪਲਾਨ ਕਰ ਰਹੇ ਹੋ ਕਿ ਅਸੀਂ ਅੱਜ ਕੋਈ ਫਿਲਮ ਦੇਖਣੀ ਹੈ, ਸਾਰਿਆਂ ਨੂੰ ਦਿਖਾਣੀ ਹੈ ਆਪਣੇ ਮੁਹੱਲੇ 'ਚ ਜਾਂ ਆਪਣੇ ਪਿੰਡ ਦੇ ਵਿੱਚ, ਜੋ ਵੀ ਹੈ। ਤੁਸੀਂ ਉਸਦੇ ਲਈ ਕੀ ਕੰਡੀਸ਼ਨ ਲਾਓਗੇ? ਉਸਦੇ ਲਈ ਤੁਸੀਂ ਪਹਿਲੀ ਕੰਡੀਸ਼ਨ ਲਾਓਗੇ ਕਿ ਇੱਕ ਪ੍ਰੋਜੈਕਟਰ ਹੋਣਾ ਚਾਹੀਦਾ ਹੈ, ਦੂਸਰੀ ਕੰਡੀਸ਼ਨ ਲਾਓਗੇ ਕਿ ਰੂਮ ਡਾਰਕ ਹੋਣਾ ਚਾਹੀਦਾ ਹੈ, ਤੀਸਰੀ ਕੰਡੀਸ਼ਨ ਲਾਓਗੇ ਕਿ ਬਲੈਕ ਕਰਟਨਸ ਜਾਂ ਡਾਰਕ ਕਰਟਨਸ ਹੋਣੇ ਚਾਹੀਦੇ ਹੈ, ਚੌਥੀ ਕੰਡੀਸ਼ਨ ਲਗਾਓਗੇ ਕਿ ਦਰਵਾਜ਼ੇ ਬੰਦ ਹੋਣੇ ਚਾਹੀਦੇ ਹੈ, ਪੰਜਵੀਂ ਕੰਡੀਸ਼ਨ ਲਾਓਗੇ ਕਿ ਸਨਲਾਈਟ ਅੰਦਰ ਨਹੀਂ ਆਉਣੀ ਚਾਹੀਦੀ, ਛੇਵੀਂ ਕੰਡੀਸ਼ਨ ਲਾਓਗੇ ਕਿ ਇਲੈਕਟ੍ਰਿਸਿਟੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਇਹਨਾਂ ਕੰਡੀਸ਼ਨਾਂ ਦੇ ਵਿੱਚੋਂ ਦੀ ਇੱਕ ਵੀ ਕੰਡੀਸ਼ਨ ਪੂਰੀ ਨਾ ਹੋਵੇ, ਮੰਨ ਲਓ ਇਲੈਕਟ੍ਰਿਸਿਟੀ ਵਾਲੀ ਕੰਡੀਸ਼ਨ ਪੂਰੀ ਨਹੀਂ ਹੋਈ, ਤਾਂ ਤੁਸੀਂ ਪ੍ਰੋਜੈਕਟਰ ਤੇ ਫਿਲਮ ਨਹੀਂ ਦਿਖਾ ਸਕਦੇ। ਜੇ ਤੁਸੀਂ ਇਹ ਮੰਨ ਲਓ ਕਿ ਪ੍ਰੋਜੈਕਟਰ ਖਰਾਬ ਹੋ ਗਿਆ, ਤਦ ਵੀ ਤੁਸੀਂ ਫਿਲਮ ਨਹੀਂ ਦਿਖਾ ਸਕਦੇ। ਜੇ ਤੁਸੀਂ ਇਹ ਮੰਨ ਲਓ
ਕਿ ਰੂਮ ਦੇ ਵਿੱਚ ਬਹੁਤ ਜ਼ਿਆਦਾ ਚਾਨਣ ਆ ਰਿਹਾ ਹੈ, ਬਾਹਰੋਂ ਦੀ ਸੂਰਜ ਦੀ ਰੋਸ਼ਨੀ ਆ ਰਹੀ ਹੈ, ਤਾਂ ਵੀ ਤੁਸੀਂ ਉਹ ਫਿਲਮ ਸ਼ਾਇਦ ਦਿਖਾ ਦੋਗੇ, ਬਟ ਉਹ ਪ੍ਰੋਪਰਲੀ ਸ਼ਾਇਦ ਮੇ ਬੀ ਉਸ ਤਰੀਕੇ ਦੇ ਨਾਲ, ਜਿਸ ਤਰੀਕੇ ਦੇ ਨਾਲ ਤੁਸੀਂ ਦਿਖਾਣਾ ਚਾਹੁੰਦੇ ਹੋ, ਉਸ ਤਰੀਕੇ ਦੇ ਨਾਲ ਉਸਦਾ ਪ੍ਰਿੰਟ ਜਿਹੜਾ ਹੈ ਉਹ ਨਾ ਆਏ, ਲੋਕਾਂ ਨੂੰ ਨਾ ਨਜ਼ਰ ਆਏ, ਕਿਉਂਕਿ ਉਹ ਬਲਰ ਆਏਗੀ ਜਾਂ ਉਸਦੀ ਵਿਜ਼ਨ ਕਲੀਅਰ ਨਹੀਂ ਹੋਏਗੀ। ਸੋ ਇਸ ਲਈ ਹਰ ਲਾਅ ਜਿਹੜਾ ਹੈ ਉਹ ਕੁਝ ਕੰਡੀਸ਼ਨਸ ਦੇ ਉੱਤੇ ਲਾਗੂ ਹੁੰਦਾ ਹੈ। ਜਦੋਂ ਕੰਡੀਸ਼ਨਸ ਦੇ ਵਿੱਚੋਂ ਕੋਈ ਵੀ ਕੰਡੀਸ਼ਨ ਫੁਲਫਿਲ ਨਹੀਂ ਹੁੰਦੀ ਤਾਂ ਉਹ ਲਾਅ ਜਿਹੜਾ ਹੈ ਉਹ ਐਪਲੀਕੇਬਲ ਹੋਣ ਦੇ ਚਾਂਸਿਸ ਜਿਹੜੇ ਨੇ ਉਹ ਘਟ ਜਾਂਦੇ ਨੇ। ਇਸ ਲਈ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਅਦਰ ਥਿੰਗਸ ਆਰ same. So this is demand of X commodity is the function of price of उसी commodity ਦਾ price, related goods, substitute goods ਵੀ ਹੋ ਸਕਦੀਆਂ ਨੇ, complementary goods ਵੀ ਹੋ ਸਕਦੀਆਂ ਨੇ, income of the consumer ਪਿਛਲੇ ਚੈਪਟਰ 'ਚ ਕੀਤਾ, ਪਿਛਲੇ ਲੈਕਚਰ 'ਚ ਕੀਤਾ ਸੀ, ਟੇਸਟ, ਕੰਜ਼ਿਊਮਰ ਦਾ ਟੇਸਟ ਕੀ ਹੈ ਇਹ ਆਪਾਂ ਡਿਸਕਸ ਕਰਾਂਗੇ ਅੱਗੇ, ਐਕਸਪੈਕਟੇਸ਼ਨ ਵੀ ਆਪਾਂ ਅੱਗੇ ਡਿਸਕਸ ਕਰਾਂਗੇ ਡਿਟੇਲ ਦੇ ਵਿੱਚ। ਸੋ ਲਾ ਆਫ ਡਿਮਾਂਡ ਆਪਾਂ ਕਰ ਲਿਆ, ਅਜ਼ੰਪਸ਼ਨਸ ਕੀ ਨੇ, ਇਹੀ ਸਾਰੇ ਪੁਆਇੰਟਸ ਨੂੰ ਅਜ਼ੰਪਸ਼ਨਸ ਦੇ ਵਿੱਚ ਲਿਖਿਆ। ਜੇਕਰ ਤੁਸੀਂ ਧਿਆਨ ਨਾਲ ਲਿਖੋ, ਪਹਿਲੀ ਅਜ਼ੰਪਸ਼ਨ ਹੈ no change in price of related goods, दूसरी assumption है there is no change in the income of the consumer, तीसरी है taste preference च कोई change नहीं है, चौथी है wealth ਦੇ ਵਿੱਚ ਕੋਈ change नहीं है, expectation च कोई change नहीं है। ਇਹ ਵੀ ਮੰਨ ਸਕਦੇ ਹੋ population change नहीं हो रही, बड़े सारे determinants ਨੇ, ਉਹਨਾਂ ਸਾਰਿਆਂ 'ਚ ਕੋਈ ਵੀ changes नहीं आ रही। ਸੋ ਐਕਸਪਲੇਨੇਸ਼ਨ ਕਰਨ ਦੇ ਲਈ ਦੋ ਕਨਸੈਪਟ ਸਮਝਣੇ ਜ਼ਰੂਰੀ ਨੇ। ਪਹਿਲਾ ਡਿਮਾਂਡ ਸਕੇਡਿਊਲ, ਫਸਟ ਇਜ਼ ਡਿਮਾਂਡ ਸਕੇਡਿਊਲ and second is demand curve। ਡਿਮਾਂਡ ਸਕੇਡਿਊਲ ਦੋ ਤਰ੍ਹਾਂ ਦਾ ਹੁੰਦਾ ਬੇਟਾ, ਇੱਕ ਹੈ ਇੰਡੀਵਿਜੂਅਲ ਡਿਮਾਂਡ ਸਕੇਡਿਊਲ, ਦੂਜਾ ਹੈ ਮਾਰਕੀਟ ਡਿਮਾਂਡ ਸਕੇਡਿਊਲ। ਇਸੇ ਤਰੀਕੇ ਨਾਲ ਡਿਮਾਂਡ ਕਰਵ ਵੀ ਦੋ ਤਰ੍ਹਾਂ ਦੀ ਹੁੰਦੀ ਹੈ, ਇੰਡੀਵਿਜੂਅਲ ਡਿਮਾਂਡ ਕਰਵ ਐਂਡ ਮਾਰਕੀਟ ਡਿਮਾਂਡ ਕਰਵ। ਸੋ ਇਸ ਚੀਜ਼ ਨੂੰ ਸਮਝਾਂਗੇ ਵਿਦ ਦ ਹੈਲਪ ਆਫ ਬੁੱਕ। ਇੰਡੀਵਿਜੂਅਲ ਡਿਮਾਂਡ ਸਕੇਡਿਊਲ ਹੈ ਕਿ ਇੱਕ ਬੰਦਾ XYZ ਕੋਈ ਵੀ ਹੋ ਸਕਦਾ, ਮੈਂ ਹੋ ਸਕਦੀ ਹਾਂ, ਤੁਸੀਂ ਹੋ ਸਕਦੇ ਹੋ। ਮੰਨ ਲਓ ਤੁਸੀਂ ਕੋਈ ਪ੍ਰੋਡਕਟ ਨੂੰ ਖਰੀਦਣ ਗਏ, 1 ਰੁਪਏ ਤੇ, ਇੱਥੇ ਆਈਸਕ੍ਰੀਮ ਦਾ ਕੇਸ ਹੈ, 1 ਰੁਪਏ ਤੇ ਤੁਸੀਂ 4 ਖਰੀਦ ਰਹੇ ਹੋ, 2 ਤੇ 3 ਖਰੀਦ ਰਹੇ ਹੋ, 3 ਤੇ 2 ਖਰੀਦ ਰਹੇ ਹੋ, 4 ਤੇ 1 ਖਰੀਦ ਰਹੇ ਹੋ। ਤਾਂ ਇਸ ਨੂੰ ਬੋਲਿਆ ਇੱਕ ਬੰਦੇ ਵੱਲੋਂ ਉਸਦੀ ਪ੍ਰਾਈਸ ਦੇ ਉੱਤੇ ਕਮੋਡਿਟੀ ਦੀ, ਕਿ ਉਹ 1 ਰੁਪਏ ਦੀ ਸੀ ਤਾਂ ਖਰੀਦ ਰਿਹਾ ਕਿੰਨੀਆਂ, 2 ਰੁਪਏ ਦੀ ਹੈ ਤਾਂ ਕਿੰਨੀਆਂ ਖਰੀਦਣਾ ਚਾਹ ਰਿਹਾ ਹੈ, 3 ਰੁਪਏ ਦੀ ਤਾਂ ਕਿੰਨਾ ਖਰੀਦਣਾ ਚਾਹ ਰਿਹਾ, 4 ਰੁਪਏ ਤੇ ਤਾਂ ਕਿੰਨੀਆਂ ਖਰੀਦਣਾ ਚਾਹ ਰਿਹਾ। ਸੋ ਉਸਦੀ ਇੱਕ ਪਰਸਨ, ਵਨ ਵਿਅਕਤੀ, ਇੰਡੀਵਿਜੂਅਲ ਹੈ, ਵਨ ਵਿਅਕਤੀ ਜਿਹੜਾ ਹੈ ਕਿਸੇ ਵੀ ਕਮੋਡਿਟੀ ਦੀ ਵੱਖ-ਵੱਖ ਪ੍ਰਾਈਸ ਦੇ ਉੱਤੇ ਉਸਦੀ ਕਿੰਨੀ ਮਾਤਰਾ ਨੂੰ ਖਰੀਦਣਾ ਚਾਹੁੰਦਾ, ਉਸਨੂੰ ਆਪਾਂ ਬੋਲਦੇ ਹਾਂ ਇੰਡੀਵਿਜੂਅਲ ਡਿਮਾਂਡ ਸਕੇਡਿਊਲ। ਸੋ ਇੱਥੇ ਇੱਕ ਰਿਲੇਸ਼ਨਸ਼ਿਪ ਬੜਾ ਕਾਮਨ ਜਿਹਾ ਨਜ਼ਰ ਆ ਰਿਹਾ ਕਿ ਇਹ ਵੱਧ ਰਿਹਾ ਤਾਂ ਇਹ ਘਟ ਰਿਹਾ, ਕਿਉਂਕਿ ਅਸੀਂ ਆਲਰੇਡੀ ਲਾ ਆਫ ਡਿਮਾਂਡ 'ਚ ਕਹਿ ਚੁੱਕੇ ਹਾਂ ਕਿ ਜਦੋਂ ਵੀ ਕਿਸੇ ਪ੍ਰੋਡਕਟ ਦੀ ਪ੍ਰਾਈਸ ਵਧਦੀ ਹੈ ਤਾਂ ਉਸਦੀ ਡਿਮਾਂਡ ਘਟਦੀ ਹੈ। ਸੋ ਦਿਸ ਇਜ਼ ਅਬਾਊਟ ਇੰਡੀਵਿਜੂਅਲ ਡਿਮਾਂਡ ਸਕੇਡਿਊਲ। ਮਾਰਕੀਟ ਡਿਮਾਂਡ ਸਕੇਡਿਊਲ ਹੈ ਸਮ ਟੋਟਲ, ਮਾਰਕੀਟ 'ਚ ਉਸ ਪ੍ਰੋਡਕਟ ਨੂੰ, ਜਿਹੜੇ ਵੀ ਪ੍ਰੋਡਕਟ ਦੀ ਤੁਸੀਂ ਗੱਲ ਕਰ ਰਹੇ ਹੋ, ਕੱਢਣਾ ਚਾਹੁੰਦੇ ਹੋ ਡਿਮਾਂਡ, ਉਹ ਪ੍ਰੋਡਕਟ ਦੇ ਜਿੰਨੇ ਵੀ ਬਾਇਰਸ ਨੇ ਉਹ ਸਾਰਿਆਂ ਦੀ ਟੋਟਲ ਜਿਹੜੀ ਡਿਮਾਂਡ ਕੀਤੀ ਗਈ ਹੈ ਉਸਨੂੰ ਆਪਾਂ ਮਾਰਕੀਟ ਡਿਮਾਂਡ ਸਕੇਡਿਊਲ ਬੋਲਦੇ ਹਾਂ। ਇੱਥੇ ਅਸੀਂ ਸਿੰਪਲਿਸਿਟੀ ਲਈ ਮੰਨ ਲਿਆ ਕਿ ਮੰਨ ਲਓ ਕਿਸੇ ਪ੍ਰੋਡਕਟ ਨੂੰ ਖਰੀਦਣ ਵਾਲੇ ਦੋ ਹੀ ਬੰਦੇ ਨੇ, A ਤੇ B। A 1 ਰੁਪਏ ਤੇ 4 ਖਰੀਦ ਰਿਹਾ, B ਕਹਿੰਦਾ ਨਹੀਂ ਮੈਨੂੰ ਤਾਂ ਜ਼ਿਆਦਾ ਵਧੀਆ ਲੱਗਦੀ ਹੈ ਆਈਸਕ੍ਰੀਮ, ਇਸ ਲਈ ਮੈਂ 5 ਖਰੀਦ ਰਹੀਆਂ ਨੇ। ਇਸੇ ਤਰੀਕੇ ਨਾਲ 2 ਰੁਪਏ ਦੇ ਉੱਤੇ A ਪਰਸਨ 3 ਖਰੀਦ ਰਿਹਾ, B ਕਹਿੰਦਾ ਮੈਨੂੰ ਜ਼ਿਆਦਾ ਵਧੀਆ ਲੱਗਦੀਆਂ ਨੇ, ਮੈਂ 4 ਖਰੀਦਾਂਗਾ, ਐਂਡ ਸੋ ਔਨ। ਜਦੋਂ ਇਹਨਾਂ ਦੋਨਾਂ ਦਾ ਟੋਟਲ ਕਰ ਦੋਗੇ 4 ਤੇ 5, ਮਤਲਬ ਕਿ ਮਾਰਕੀਟ ਦੇ ਵਿੱਚ 1 ਰੁਪਏ ਕੀਮਤ ਦੇ ਉੱਤੇ 9, 2 ਰੁਪਏ ਕੀਮਤ ਤੇ 7, 3 ਰੁਪਏ ਕੀਮਤ ਤੇ 5, 4 ਰੁਪਏ ਕੀਮਤ ਤੇ 3 ਦੀ ਮਾਰਕੀਟ ਡਿਮਾਂਡ ਹੈ। ਸੋ ਇਸ ਨੂੰ ਬੋਲਾਂਗੇ ਮਾਰਕੀਟ ਡਿਮਾਂਡ ਸਕੇਡਿਊਲ। ਇਸੇ ਸਕੇਡਿਊਲ ਨੂੰ ਚੱਕ ਕੇ ਬਣ ਜਾਂਦਾ ਹੈ ਡਿਮਾਂਡ ਕਰਵ। ਜਿਵੇਂ ਮੈਂ ਤੁਹਾਨੂੰ ਇਸ ਨੂੰ ਐਕਸਪਲੇਨ ਕਰਕੇ ਦੱਸ ਦੇਣੀ ਆ। ਪ੍ਰਾਈਸ ਹੈ 1 2 3 4, ਉਹ ਐਕਸ ਐਕਸਿਸ ਤੇ ਲਿਖ ਦਿੱਤਾ ਕੁਆਂਟੀਟੀ ਤੇ ਉਹ ਵਾਈ ਐਕਸਿਸ ਤੇ ਲਿਖ ਦਿੱਤਾ ਪ੍ਰਾਈਸ। ਸੋ ਪ੍ਰਾਈਸ ਹੈ 1 2 3 4, ਡਿਮਾਂਡ ਵੀ ਹੈ 1 2 3 4। ਸੋ ਮਿਨੀਮਮ ਤੇ ਮੈਕਸਿਮਮ ਲਿਮਿਟ ਬਣਾ ਕੇ ਲਿਖ ਦਿੱਤਾ। ਇਹ ਹੈ 1 ਤੇ 4, ਇਹ ਵੀ ਕਰਤਾ। ਜਦੋਂ 1 ਰੁਪਏ ਕੀਮਤ ਹੈ ਤਾਂ ਡਿਮਾਂਡ ਹੈ 4, 2 ਰੁਪਏ ਕੀਮਤ ਹੈ ਡਿਮਾਂਡ ਹੈ 3, 3 ਰੁਪਏ ਕੀਮਤ ਹੈ ਡਿਮਾਂਡ ਹੈ 2, 4 ਰੁਪਏ ਕੀਮਤ ਹੈ ਤਾਂ ਡਿਮਾਂਡ ਹੈ 1। ਸਾਰੇ ਪੁਆਇੰਟਸ ਨੂੰ ਜੋੜ ਦਿੱਤਾ ਤਾਂ ਬਣ ਗਈ ਡਿਮਾਂਡ ਕਰਵ, ਇੰਡੀਵਿਜੂਅਲ ਡਿਮਾਂਡ ਕਰਵ। ਇਸੇ ਤਰੀਕੇ ਦੇ ਨਾਲ ਜਦੋਂ ਅਗਲਾ ਡਾਇਗ੍ਰਾਮ ਬਣਾਉਣਾ ਹੈ ਮਾਰਕੀਟ ਡਿਮਾਂਡ ਕਰਵ ਦਾ, ਪ੍ਰਾਈਸ ਡਿਮਾਂਡ 1 ਬਣਾਇਆ, ਪ੍ਰਾਈਸ डिमांड ऑफ B 2 बनाया, प्राइस टोटल डिमांड इन द मार्केट 3 डायग्राम्स बननगे। सो पहले A डिमांड, A दा डिमांड
1 रुपये ਤੇ 4 ਕਰ ਰਿਹਾ, 2 रुपये ਤੇ 3 ਕਰ ਰਿਹਾ, 3 रुपये ਤੇ 2 ਕਰ ਰਿਹਾ, 4 रुपये ਤੇ 1 ਕਰ ਰਿਹਾ। ਦੈਨ ਇਹ 1 रुपये ਤੇ 5 ਕਰ ਰਿਹਾ ਸੀ, 2 ਤੇ 4, 3 ਤੇ 2 ਸੌਰੀ 3 ਤੇ 3 ਤੇ 4 ਤੇ 2। ਇਹ ਜਿਹੜਾ ਹੈ ਟੋਟਲ ਸਮ ਟੋਟਲ 1 रुपये ਦੇ ਉੱਤੇ 9, 2 रुपये ਦੇ ਉੱਤੇ 7, 3 रुपये ਤੇ 5 ਤੇ 4 रुपये ਤੇ 3। ਸੋ ਇਹ ਬਣ ਗਈ ਮਾਰਕੀਟ ਡਿਮਾਂਡ ਕਰਵ। ਸੋ दिस इज़ अबाउट द लॉ ऑफ डिमांड। इस तो इलावा ਅਸੀਂ ਹੁਣ ਇਹ ਚੀਜ਼ ਡਿਸਕਸ ਕਰਾਂਗੇ ਕਿ ਕਿਹੜੇ ਕੇਸਿਸ ਨੇ ਜਿੱਥੇ ਲॉ ਆਫ ਡਿਮਾਂਡ ਅਪਲਾਈ ਨਹੀਂ ਕਰਦਾ, ਜਿਨ੍ਹਾਂ ਨੂੰ ਮੈਂ ਹੁਣੀ ਐਕਸਪਲੇਨ ਕੀਤਾ ਸੀ ਕਿ ਕੁਝ ਕੰਡੀਸ਼ਨਸ ਹੈਗੀਆਂ ਨੇ ਜਿੱਥੇ ਲॉ ਆਫ ਡਿਮਾਂਡ ਐਪਲੀਕੇਬਲ ਨਹੀਂ ਹੈ। ਇਹਦੇ ਲਈ ਪਹਿਲੀ ਕੰਡੀਸ਼ਨ ਹੈ ਵੈਬਲਨ ਗੁੱਡਸ। ਬੜਾ ਇੰਪੋਰਟੈਂਟ ਕੁਐਸਚਨ ਹੈ ਇਹ, 2 ਨੰਬਰ ਦੇ ਕੁਐਸਚਨ ਪੇਪਰ 'ਚ ਸ਼ਾਰਟ ਕੁਐਸਚਨ 'ਚ ਆ ਜਾਂਦਾ ਹੁੰਦਾ ਕਿ ਵਾਟ ਆਰ ਵੈਬਲਨ ਗੁੱਡਸ। ਅਮਰੀਕਨ ਇਕੋਨਮਿਸਟ ਸੀਗੇ ਇੱਕ ਟੀ ਵੈਬਲਨ, ਉਹਨਾਂ ਨੇ ਕਨਸੈਪਟ ਦਿੱਤਾ ਸੀ ਵੈਬਲਨ ਗੁੱਡਸ ਦਾ, ਜਿਸ ਨੂੰ ਅਸੀਂ ਉਹਨਾਂ ਦੇ ਨਾਮ ਤੋਂ ਹੀ ਜਾਣਨ ਲੱਗ ਗਏ ਵੈਬਲਨ ਗੁੱਡਸ। ਇਹਨਾਂ ਨੂੰ ਆਰਟੀਕਲ ਆਫ ਡਿਸਟਿੰਕਸ਼ਨ ਵੀ ਬੋਲਦੇ ਨੇ। ਇਸ ਨੂੰ ਪੰਜਾਬੀ 'ਚ ਬੋਲ ਦਿੰਦੇ ਨੇ ਪ੍ਰਤਿਸ਼ਠਾ ਸੂਚਕ ਵਸਤੂਆਂ। ਉਹ ਵਸਤੂਆਂ ਜਿਨ੍ਹਾਂ ਨੂੰ ਅਸੀਂ ਸ਼ੋਅ ਆਫ ਕਰਨ ਦੇ ਲਈ, ਲੋਕਾਂ ਨੂੰ ਦੱਸਣ ਲਈ ਕਿ ਅਸੀਂ ਕਿੰਨੇ ਅਮੀਰ ਆ, ਯੂਜ਼ ਕਰਦੇ ਹਾਂ। ਜਿਵੇਂ ਕਿ ਸਲਮਾਨ ਖਾਨ ਦੇ ਵੱਲੋਂ ਤਿਆਰ ਕੀਤੀ ਗਈ ਪੇਂਟਿੰਗ ਕਿੰਨੀ ਮਹਿੰਗੀ ਵਿਕਦੀ ਹੋਏਗੀ, ਰਾਈਟ। ਇਸੇ ਤਰੀਕੇ ਨਾਲ ਕੋਈ ਗ੍ਰੇਟ ਪੇਂਟਰ ਹੈ, ਕੋਈ ਬਹੁਤ ਗ੍ਰੇਟ ਆਰਟਿਸਟ ਹੈ, ਉਸ ਵੱਲੋਂ ਤਿਆਰ ਕੀਤੀ ਗਈ ਕੋਈ ਚੀਜ਼, ਕੋਈ ਬਹੁਤ ਮਹਿੰਗੇ ਝੂਮਰ, ਕੋਈ ਬਹੁਤ ਮਹਿੰਗੀਆਂ ਲਾਈਟਸ ਜਿਹੜੀਆਂ 10-10 ਲੱਖ ਦੀਆਂ ਲਾਈਟਸ ਨੇ, ਉਹ ਆਪਾਂ ਘਰਾਂ 'ਚ ਯੂਜ਼ ਕਰਦੇ ਹਾਂ। ਇਸੇ ਤਰੀਕੇ ਦੇ ਨਾਲ ਕਾਰਪੈਂਟਰਸ ਹੋ ਗਏ, ਮਹਿੰਗੇ ਡਾਇਮੰਡਸ ਹੋ ਗਏ, ਮਹਿੰਗੇ ਜਿਹੜੇ ਨੇ ਕਾਰਸ ਹੋ ਗਈਆਂ ਬਹੁਤ, ਜਿਹੜੀ ਜਿੱਥੋਂ ਪਤਾ ਚੱਲਦਾ ਵੀ ਵਾਹ ਕਿਆ ਗੱਡੀ ਹੈ, ਕਿੰਨੀ ਮਹਿੰਗੀ ਹੋਏਗੀ, ਇਹ 20 ਕਰੋੜ ਦੀ ਹੈ, ਇਹ 30 ਕਰੋੜ ਦੀ ਹੈ ਐਂਡ ਆਲ। ਸੋ ਇਹ ਜਿਹੜੇ ਉਹ ਪ੍ਰੋਡਕਟਸ ਨੇ ਜਿਹੜੇ ਸਿਰਫ ਅਸੀਂ ਸ਼ੋਅ ਆਫ ਲਈ, ਲੋਕਾਂ ਨੂੰ ਆਪਣਾ ਸਟੇਟਸ ਦੱਸਣ ਦੇ ਲਈ ਯੂਜ਼ ਕਰਦੇ ਹਾਂ ਕਿ ਅਸੀਂ ਕਿੰਨੇ ਅਮੀਰ ਹਾਂ। ਐਸ਼ੋ ਆਰਾਮ ਦੀਆਂ ਵਸਤੂਆਂ ਵੀ ਬੋਲਦੇ ਨੇ ਇਹਨਾਂ ਨੂੰ। ਸੋ ਇਹਨਾਂ ਦੇ ਕੇਸ ਦੇ ਵਿੱਚ ਲॉ ਆਫ ਡਿਮਾਂਡ ਲਾਗੂ ਨਹੀਂ ਕਰਦਾ, ਕਿਉਂਕਿ ਇਹ ਪ੍ਰੋਡਕਟ ਦੇ ਪ੍ਰਾਈਸ ਜ਼ਿਆਦਾ ਹੋਣ ਦੇ ਕਾਰਨ ਹੀ ਇਹਨਾਂ ਦੀ ਡਿਮਾਂਡ ਵੱਧ ਹੁੰਦੀ ਹੈ, ਕਿਉਂਕਿ ਅਸੀਂ ਲੋਕਾਂ ਨੂੰ ਸ਼ੋਅ ਕਰਨਾ ਹੈ ਕਿ ਸਾਡੇ ਤੋਂ ਕਿੰਨਾ ਪੈਸਾ ਹੈ। ਸੋ ਵੈਬਲਨ ਗੁੱਡਸ ਦੇ ਕੇਸ ਵਿੱਚ ਪ੍ਰਾਈਸ ਦੇ ਵਧਣ ਨਾਲ ਡਿਮਾਂਡ ਵੱਧਦੀ ਹੈ, ਘਟਦੀ ਨਹੀਂ ਹੈ। ਸੋ ਇਹ ਪੋਜ਼ਿਟਿਵ ਰਿਲੇਸ਼ਨਸ਼ਿਪ ਹੋ ਗਿਆ ਇੱਥੇ, ਇਸ ਲਈ ਲॉ ਆਫ ਡਿਮਾਂਡ ਐਪਲੀਕੇਬਲ ਨਹੀਂ ਹੈ। ਦੂਸਰਾ ਹੈ ਇਗਨੋਰੈਂਸ। ਇਗਨੋਰੈਂਸ ਦੇ ਕੇਸ ਵਿੱਚ ਕੀ ਹੁੰਦਾ ਹੈ ਕਿ ਖਰੀਦਣ ਵਾਲੇ ਨੂੰ ਇਹ ਲੱਗਦਾ ਹੈ ਕਿ ਜਿਹੜੀ ਚੀਜ਼ ਸਸਤੀ ਹੈ ਉਹ ਘਟੀਆ ਹੋਏਗੀ, ਜਿਹੜੀ ਚੀਜ਼ ਮਹਿੰਗੀ ਹੈ ਉਹ ਵਧੀਆ ਹੋਏਗੀ। ਇਸ ਲਈ ਜਦੋਂ ਉਸੇ ਚੀਜ਼ ਦਾ ਪ੍ਰਾਈਸ ਵੱਧ ਜਾਂਦਾ ਹੈ ਤਾਂ ਉਹ ਉਸਦੀ ਡਿਮਾਂਡ ਵਧਾਉਣ ਲੱਗ ਜਾਂਦਾ ਹੈ, ਤੇ ਜਦੋਂ ਉਸਦਾ ਪ੍ਰਾਈਸ ਘੱਟ ਹੁੰਦਾ ਤਾਂ ਉਹਦੀ ਘੱਟ ਡਿਮਾਂਡ ਕਰਦਾ। ਇੱਥੇ ਵੀ ਲॉ ਆਫ ਡਿਮਾਂਡ ਐਪਲੀਕੇਬਲ ਨਹੀਂ ਹੈ। ਨੈਕਸਟ ਹੈ ਗਿਫਨ ਗੁੱਡਸ। ਗਿਫਨ ਗੁੱਡਸ ਇੱਕ ਟਾਈਪ ਦੀਆਂ ਇਨਫੀਰੀਅਰ ਗੁੱਡਸ ਹੁੰਦੀਆਂ ਨੇ, ਜਿਨ੍ਹਾਂ ਦੇ ਕੇਸ ਵਿੱਚ ਇਹ ਚੀਜ਼ ਹੁੰਦੀ ਹੈ ਕਿ ਜਦੋਂ ਇਹਨਾਂ ਦਾ ਪ੍ਰਾਈਸ ਪ੍ਰਾਈਸ ਘੱਟ ਜਾਂਦਾ ਹੈ ਤਾਂ ਲੋਕ ਸੋਚਦੇ ਨੇ ਕਿ ਇਸ ਦੀ ਜਗ੍ਹਾ ਦੇ ਉੱਤੇ, ਕਿਉਂਕਿ ਕਿਸੇ ਵਧੀਆ ਪ੍ਰੋਡਕਟ ਨੂੰ ਖਰੀਦਿਆ ਜਾਏ। ਜਿਵੇਂ ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ, ਬਾਜਰੇ ਦੀ ਐਗਜ਼ਾਮਪਲ ਦਿੱਤੀ ਹੋਈ ਹੈ, ਵੀਟ ਦੇ ਨਾਲ। ਤੁਸੀਂ ਡਾਲਡਾ ਘੀ ਦੀ ਐਗਜ਼ਾਮਪਲ ਲੈ ਸਕਦੇ ਹੋ, ਦੇਸੀ ਘਿਓ ਨਾਲ। ਕਿ ਮੰਨ ਲਓ ਕਿ ਤੁਸੀਂ 100 ਰੁਪਏ ਆਲਰੇਡੀ ਯੂਜ਼ ਕਰ ਰਹੇ ਸੀਗੇ ਜਿਹੜਾ ਹੈ ਉਹ ਡਾਲਡਾ ਘੀ ਲੈਣ ਤੇ, ਠੀਕ ਹੈ, ਰਿਫਾਈਨਡ ਲੈਣ ਤੇ, ਰਿਫਾਈਨਡ ਆਇਲ ਲੈਣ ਦੇ ਉੱਤੇ ਤੁਸੀਂ 100 ਰੁਪੀਜ਼ ਯੂਜ਼ ਕਰ ਰਹੇ ਸੀ। ਮੰਨ ਲਓ ਕਿ ਰਿਫਾਈਨਡ ਦਾ ਪ੍ਰਾਈਸ ਡਿਕਰੀਜ਼ ਹੋ ਕੇ 80 ਰੁਪੀਜ਼ ਹੋ ਗਿਆ। ਹੁਣ ਤੁਸੀਂ 100 ਰੁਪਏ ਤਾਂ ਅਫੋਰਡ ਕਰ ਹੀ ਰਹੇ ਹੋ ਕਿ ਪਹਿਲੇ ਆਲਰੇਡੀ ਉਸ ਤੇ ਲਗਾਉਣ ਨੂੰ ਤਿਆਰ ਹੋ, ਤਾਂ ਤੁਸੀਂ ਸੋਚੋਗੇ ਕਿ ਚੱਲ ਜੇਕਰ ਹੁਣ ਇਹ ਸਸਤਾ ਹੋ ਗਿਆ, 20 ਰੁਪਏ ਹੋਰ ਤਾਂ ਲਾਉਣ ਨੂੰ ਤਿਆਰ ਹੀ ਆ, ਰੀਅਲ ਇਨਕਮ ਤੁਹਾਡੀ ਇਨਕਰੀਜ਼ ਹੋ ਰਹੀ ਹੈ, ਤਾਂ ਤੁਸੀਂ ਸੋਚਿਆ ਕਿ ਚੱਲ ਕੋਈ ਵਧੀਆ ਪ੍ਰੋਡਕਟ ਰਿਫਾਈਨਡ ਦੀ ਜਗ੍ਹਾ ਦੇ ਉੱਤੇ ਕੋਈ ਹੋਰ ਸੁਪੀਰੀਅਰ ਕੁਆਲਿਟੀ ਜਿਹੜੀ ਹੈ ਪ੍ਰੋਡਕਟ ਦੀ ਉਹ ਖਰੀਦਦੇ ਆ, ਠੀਕ ਹੈ। ਸੋ ਤੁਸੀਂ ਉਸ ਵੱਲ ਸਵਿਚ ਕਰ ਜਾਓਗੇ। ਸੋ ਗਿਫਨ ਗੁੱਡਸ ਦੇ ਕੇਸ ਵਿੱਚ ਵੀ ਲॉ ਆਫ ਡਿਮਾਂਡ ਐਪਲੀਕੇਬਲ ਨਹੀਂ ਹੁੰਦਾ। ਨੈਕਸਟ ਹੈ ਐਕਸਪੈਕਟੇਸ਼ਨ, ਸੰਭਾਵਨਾਵਾਂ। ਇਹਦਾ ਬਹੁਤ ਇੰਪੋਰਟੈਂਟ ਰੋਲ ਹੈ। ਕਿਸੇ ਵੀ ਪ੍ਰੋਡਕਟ ਦੇ ਪ੍ਰਾਈਸ ਦੀ ਸੰਭਾਵਨਾ, ਐਕਸਪੈਕਟੇਸ਼ਨ ਡਿਸਾਈਡ ਕਰਦੀ ਹੈ ਕਿ ਉਹ ਪ੍ਰੋਡਕਟ ਦੀ ਕਿੰਨੀ ਡਿਮਾਂਡ ਹੋਏਗੀ। ਇਸ ਨੂੰ ਇੱਕ ਕੇਸ ਵਿੱਚ ਸਮਝਾਉਂਦੇ ਆ। ਗੋਲਡ ਦੇ ਪ੍ਰਾਈਸਿਸ ਦੇਖ ਲਓ ਰੀਸੈਂਟਲੀ ਤੁਹਾਡੇ, ਕਿ ਮੰਨ ਲਓ ਕਿ ਗੋਲਡ ਜਿਹੜਾ ਹੈ ਉਹ 40,000 ਹੈ। ਇਹ ਇੰਪੈਰੀਕਲ ਐਵੀਡੈਂਸ ਹੈ, ਆਲਰੇਡੀ ਆਪਾਂ ਇਸ ਚੀਜ਼ ਨੂੰ ਦੇਖ ਚੁੱਕੇ ਹਾਂ। 4-5 ਸਾਲ ਪਹਿਲੇ ਜਿਹੜਾ ਹੈ ਇਹ ਚੀਜ਼ ਆਈ ਸੀ ਕਿ ਗੋਲਡ 25 ਤੋਂ 30, 30 ਤੋਂ 35, 35 ਤੋਂ 40 ਇਸ ਤਰੀਕੇ ਨਾਲ ਇਨਕਰੀਜ਼ ਹੋਣਾ ਸ਼ੁਰੂ ਹੋ ਗਿਆ। ਸੋ ਮੰਨ ਲਓ ਕਿ ਗੋਲਡ ਦਾ ਪ੍ਰਾਈਸ 40,000 ਰੁਪੀਜ਼ ਸੀਗਾ ਤੇ ਹੁਣ 42 ਹੋ ਗਿਆ, 42,000 ਹੋ ਗਿਆ, ਦੈਨ ਇਸ ਤੋਂ ਬਾਅਦ 43,000 ਹੋ ਗਿਆ। ਤੁਸੀਂ ਇਹ ਐਕਸਪੈਕਟ ਕਰ ਰਹੇ ਹੋ ਕਿ ਅੱਗੇ ਗੋਲਡ ਦਾ ਪ੍ਰਾਈਸ ਹੋਰ ਜ਼ਿਆਦਾ ਵਧੇਗਾ। ਸੋ ਇਸ ਲਈ ਤੁਸੀਂ ਪ੍ਰੈਜ਼ੈਂਟ ਵਿੱਚ ਹੀ ਵੱਧ ਪ੍ਰਾਈਸ ਦੇ ਉੱਤੇ ਵੱਧ ਖਰੀਦਣਾ ਸ਼ੁਰੂ ਕਰਤਾ। ਸੋ ਇਹ ਤੁਹਾਡੀ ਐਕਸਪੈਕਟੇਸ਼ਨ ਹੈ ਅਬਾਊਟ ਦ ਗੋਲਡ ਪ੍ਰਾਈਸ। ਇਸੇ ਤਰੀਕੇ ਨਾਲ ਦੂਜਾ ਕੇਸ, ਮੰਨ ਲਓ ਕਿ ਗੋਲਡ ਪ੍ਰਾਈਸ 30,000 ਰੁਪੀਜ਼ ਹੈ, ਜਾਂ 40 ਤੋਂ ਹੀ ਲੈ ਲਓ, 40,000 ਰੁਪੀਜ਼ ਹੈ।
ਅਗਲੇ ਦਿਨ ਇਹ 38,000 ਹੋ ਗਿਆ, ਉਸ ਤੋਂ ਅਗਲੇ ਦਿਨ ਇਹ 37,000 ਹੋ ਗਿਆ। ਤੁਸੀਂ ਇਹ ਐਕਸਪੈਕਟ ਕਰ ਰਹੇ ਹੋ ਕਿ ਗੋਲਡ ਦਾ ਪ੍ਰਾਈਸ ਤਾਂ ਡਿਕਰੀਜ਼ ਕਰ ਰਿਹਾ ਹੈ, ਰੁਕ ਜਾਓ ਹਜੇ, ਡਿਮਾਂਡ ਨਹੀਂ ਕਰਨੀ, ਮਤਲਬ ਡਿਮਾਂਡ ਘਟ ਰਹੀ ਹੈ, ਰੁਕ ਜਾਓ ਹਜੇ, ਡਿਮਾਂਡ ਨਹੀਂ ਕਰਨੀ, ਇਸਦਾ ਪ੍ਰਾਈਸ ਹੋਰ ਜ਼ਿਆਦਾ ਘਟੇਗਾ। ਸੋ ਇਹ ਤੁਹਾਡੀ ਐਕਸਪੈਕਟੇਸ਼ਨ ਹੈ, ਚਾਹੇ ਗੋਲਡ ਦਾ ਪ੍ਰਾਈਸ 37 ਤੋਂ ਟੱਪ ਕੇ 42 ਹੀ ਹੋ ਜੇ, ਬਟ ਤੁਸੀਂ ਐਕਸਪੈਕਟ ਕਰ ਰਹੇ ਹੋ, ਇਸ ਲਈ ਇੱਥੇ ਵੀ ਲਾ ਆਫ ਡਿਮਾਂਡ ਜਿਹੜਾ ਹੈ ਉਹ ਨੈਗੇਟਿਵ ਰਿਲੇਸ਼ਨਸ਼ਿਪ ਸ਼ੋ ਨਹੀਂ ਹੋਣ ਕਾਰਨ ਲਾਗੂ ਨਹੀਂ ਹੋ ਰਿਹਾ, ਅਪਲਾਈ ਨਹੀਂ ਹੋ ਰਿਹਾ। ਇਹ ਸੇਮ ਕੇਸ ਹੋਈ ਸੀਗੀ, ਦੈਟ ਇਜ਼ ਕਿ ਪਿਆਜ਼ਾਂ ਦੀ ਕੀਮਤ ਜਿਹੜੀ ਹੈ ਇੱਕ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਇਨਕਰੀਜ਼ ਹੋ ਗਈ ਸੀ, ਅਨੀਅਨ ਦੀ ਪ੍ਰਾਈਸ ਹੈ ਨਾ, ਤਾਂ ਉਸ ਟਾਈਮ ਦੇ ਉੱਤੇ ਲੋਕਾਂ ਨੇ ਵੱਧ ਕੀਮਤ ਦੇ ਉੱਤੇ ਵੀ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਸੀਗਾ, ਕਿਉਂਕਿ ਪਤਾ ਸੀਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਜ਼ਿਆਦਾ ਪ੍ਰਾਈਸਿਸ ਵਧਣ ਦੇ ਚਾਂਸਿਸ ਹੈਗੇ ਨੇ। ਸੋ ਦਿਸ ਇਜ਼ ਅਬਾਊਟ ਦ ਐਕਸਪੈਕਟੇਸ਼ਨ। ਸੋ ਵਿਦ ਦਿਸ ਲਾਅ ਆਫ ਡਿਮਾਂਡ ਇਜ਼ ਓਵਰ। ਇਨ ਦ ਨੈਕਸਟ ਵੀਡੀਓ ਲੈਕਚਰ ਆਈ ਐਮ ਗੋਇੰਗ ਟੂ ਟੀਚ ਯੂ ਅਬਾਊਟ ਦ ਡਿਟਰਮੀਨੈਂਟਸ ਆਫ ਡਿਮਾਂਡ। ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਏ, ਕੋਈ ਵੀ ਇਸ਼ੂ ਹੋਏ, ਤੁਸੀਂ ਕਮੈਂਟ ਸੈਸ਼ਨ ਵਿੱਚ ਆ ਕੇ ਤੁਸੀਂ ਆਪਣਾ ਇਸ਼ੂ ਡਿਸਕਸ ਕਰ ਸਕਦੇ ਹੋ, ਲਿਖ ਸਕਦੇ ਹੋ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏ, ਲੈਕਚਰ ਅੱਛਾ ਲੱਗਿਆ ਹੋਏ ਜਾਂ ਕੋਈ ਹੋਰ ਵੀ ਕੁਐਸਚਨ ਹੋਏ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ। ਥੈਂਕ ਯੂ ਸੋ ਮਚ।